ਸੋ ਜਿਹੜੀ ਦੁਨਿਆਵੀ ਪੜ੍ਹਾਈ ਹੈ ਇਹਦੀ ਇੱਕ ਆਪਣੀ ਖਾਸ ਸੀਮਾ ਤੱਕ, ਖਾਸ ਹੱਦ ਤੱਕ ਕੋਈ ਵੈਲਿਊ ਹੋ ਸਕਦੀ ਹੈ, ਪਰ ਇਹ ਜੀਵਨ ਨੂੰ ਸਫਲ ਨਹੀਂ ਬਣਾ ਸਕਦੀ। ਸਿੱਖੀ ਦਾ ਜੋ ਨਿਆਰਾਪਨ ਹੈ ਨਾ, ਉਹਦੇ ਬਾਰੇ ਆਮ ਤੌਰ 'ਤੇ ਜਿਹੜੇ ਰਲਗੱਡ ਹੁੰਦਾ ਹੈ, ਆਪਣੇ ਸਿੱਖ ਥੋੜ੍ਹੇ ਭੋਲੇ ਨੇ, ਇਹਨਾਂ ਨੂੰ ਵਰਗਲਾਉਣਾ ਥੋੜ੍ਹਾ ਸੌਖਾ ਹੈ। ਸੋ ਮੈਂ ਉਹਦੇ ਬਾਰੇ ਕਹਾਂਗਾ ਵੀ ਤੁਸੀਂ ਹੁਣ ਥੋੜ੍ਹੇ ਜਿਹੇ ਸੁਚੇਤ ਹੋਵੋ ਵੀ ਕਿਸੇ ਦੀ ਗੱਲ ਨੂੰ ਅੱਖਾਂ ਮੀਟ ਕੇ ਨਾ ਮੰਨੋ। ਅਗਰ ਮਨੁੱਖ ਇੱਕ ਅੰਕ ਵੀ ਗੁਰੂ ਗ੍ਰੰਥ ਸਾਹਿਬ ਦਾ ਰੋਜ਼ ਪੜ੍ਹੇ ਤੇ ਉਹ ਵੀ ਬੜਾ ਸਾਰਥਕ ਹੈਗਾ, ਉਹਦੇ ਜੀਵਨ ਵਿੱਚ ਇੱਕ ਬੜਾ ਵੱਡਾ ਇਨਕਲਾਬ ਆ ਜਾਏਗਾ। ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਮੇਂ ਅਸੀਂ ਅੱਜ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਜੋ ਕੇਂਦਰੀ ਸਮਾਗਮ ਹੋ ਰਿਹਾ ਉਹਦੇ ਵਿੱਚ ਇਸ ਸਮੇਂ ਅਸੀਂ ਹਾਜ਼ਰੀ ਭਰ ਰਹੇ ਹਾਂ, ਜਿਹਦੇ ਵਿੱਚ ਵੱਖ-ਵੱਖ ਵਰਕਸ਼ਾਪਾਂ ਅਤੇ ਵੱਖ-ਵੱਖ ਬੁਲਾਰਿਆਂ ਵੱਲੋਂ ਜੋ ਪ੍ਰਚਾਰਕ ਤੌਰ 'ਤੇ ਸੰਗਤਾਂ ਨੂੰ ਉਦੇਸ਼ ਦਿੱਤੇ ਗਏ ਨੇ ਅਤੇ ਕਾਫੀ ਕੁਝ ਸੰਗਤਾਂ ਜੋ ਨੇ ਇੱਥੇ ਲਾਹਾ ਖੱਢ ਰਹੀਆਂ ਨੇ। ਇਸ ਸਮਾਗਮ ਦੇ ਵਿੱਚ ਸਾਡੇ ਨਾਲ ਇਸ ਸਮੇਂ ਜੁੜੇ ਨੇ ਨੇਵੀ ਦੇ ਵਿੱਚ ਸਾਬਕਾ ਕੈਪਟਨ ਅਤੇ ਇਸ ਸਮੇਂ ਆਪਣੀ ਰਿਟਾਇਰਮੈਂਟ ਦੇ ਬਾਅਦ ਪੰਥ ਦੇ ਪ੍ਰਚਾਰ ਪ੍ਰਸਾਰ ਦੇ ਲਈ ਯਤਨ ਕਰਨ ਵਾਲੇ ਕੈਪਟਨ ਰਿਸ਼ਪਾਲ ਸਿੰਘ ਜੀ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਿੱਖ ਮਿਸ਼ਨਰੀ ਕਾਲਜ ਜਾਂ ਹੋਰ ਆਪਾਂ ਸੰਸਥਾਵਾਂ ਦੇ ਤੌਰ 'ਤੇ ਕਹਿ ਲਈਏ ਜਾਂ ਇੰਡੀਵਿਜੂਅਲ ਤੌਰ 'ਤੇ ਕਈ ਲੋਕ ਜਿਹੜੇ ਪ੍ਰਚਾਰ ਪ੍ਰਸਾਰ ਦੇ ਵਿੱਚ ਜੁੜੇ ਹੋਏ ਨੇ ਅਤੇ ਤੁਸੀਂ ਵੀ ਹੁਣ ਕਾਫੀ ਸਾਲਾਂ ਤੋਂ ਪ੍ਰਚਾਰ ਪ੍ਰਸਾਰ ਦੇ ਨਾਲ ਜੁੜੇ ਹੋ ਅਤੇ ਤੁਸੀਂ ਤੁਸੀਂ ਇੱਕ ਬੜੀ ਹੀ ਅੱਛੀ ਪੋਸਟ 'ਤੇ ਕੰਮ ਵੀ ਕੀਤਾ ਹੈ ਅਤੇ ਹੁਣੇ ਤੁਸੀਂ ਆਪਣਾ ਵਿਸ਼ਾ ਵੀ ਨਿਭਾਇਆ ਕਿ ਸਿੱਖ ਪੰਥ ਦੇ ਪ੍ਰਚਾਰ ਪ੍ਰਸਾਰ ਨੂੰ ਚੁਣੌਤੀ। ਮੈਂ ਕੁਝ ਇਸੇ ਇੱਕ ਵਿਸ਼ੇ ਨੂੰ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਹਾਂ ਕਿ ਜਿਹੜਾ ਕਿ ਇੱਕ ਤੁਸੀਂ ਸਮਝਦੇ ਹੋ ਕਿ ਐਜ਼ ਆ ਸਾਨੂੰ ਇੱਕ ਪ੍ਰਚਾਰਕ ਅੱਜ ਦੇ ਸਮੇਂ ਦੇ ਵਿੱਚ ਪੰਥ ਨੂੰ ਲੋੜ ਹੈਗੀ ਹੈ ਕਿ ਅੱਜ ਜੋ ਸਾਡੇ ਵੱਡੇ ਵੱਡੇ ਮੁਕਾਮ 'ਤੇ ਜੇਕਰ ਬਿਜ਼ਨਸਮੈਨ ਵੀ ਹੋਵੇ ਜਾਂ ਹੋਰ ਮੋਡਿਊਲ 'ਤੇ ਹੋਵੇ, ਜੇਕਰ ਕੋਈ ਡਾਕਟਰ ਵੀ ਹੋਵੇ, ਉਹ ਵੀ ਐਜ਼ ਆ ਪ੍ਰਚਾਰਕ ਕਿਵੇਂ ਰੋਲ ਕਰ ਸਕਦਾ ਹੈ, ਤੁਸੀਂ ਉਸ ਬਾਰੇ ਜ਼ਰੂਰ ਦੱਸਿਓ ਜੀ। ਵੈਸੇ ਇਹ ਕੋਈ ਇੰਨਾ ਔਖਾ ਕੰਮ ਨਹੀਂ ਹੈ, ਇਹ ਬੜਾ ਸਿੰਪਲ ਕੰਮ ਹੈਗਾ। ਪਰ ਇਹ ਇੱਕ ਰਾਹ ਇਸ ਤਰ੍ਹਾਂ ਕਿ ਜਿਹਦੇ ਬਾਰੇ ਕਹਾਂਗੇ ਅਸੀਂ ਨਾਲੇ ਪੁੰਨ ਨਾਲੇ ਫਲੀਆਂ, ਅਰਥਾਤ ਇਸ ਰਾਹ 'ਤੇ ਤੁਰ ਕੇ ਉਸ ਮਨੁੱਖ ਦਾ ਆਪਣਾ ਭਲਾ ਵੀ ਹੋਏਗਾ, ਉਹਦੇ ਆਪਣੇ ਪਰਿਵਾਰ ਦਾ ਭਲਾ ਵੀ ਹੋਏਗਾ ਅਤੇ ਜਿਹਦੇ ਨਾਲ ਉਹਦੀ ਇੰਟਰੈਕਸ਼ਨ ਹੋਏਗੀ, ਉਹਦਾ ਮੇਲ ਮਿਲਾਪ ਹੋਏਗਾ, ਉਹਦਾ ਭਲਾ ਵੀ ਹੋਏਗਾ। ਔਰ ਉਹ ਕਰਨ ਵਾਲਾ ਕੰਮ ਇਹ ਵੇ ਕਿ ਸਿਰਫ ਕਿ ਗੁਰਬਾਣੀ ਨੂੰ ਆਪ ਪੜ੍ਹਨਾ, ਕੰਠ ਕਰਨਾ, ਉਹਦਾ ਅਭਿਆਸ ਕਰਨਾ ਅਤੇ ਜੀਵਨ ਵਿੱਚ ਲਾਗੂ ਕਰਨਾ। ਸੋ ਜਦੋਂ ਮਨੁੱਖ ਨੂੰ ਬਾਣੀ ਦੇ ਬਾਰੇ ਪਤਾ ਹੋਏਗਾ, ਇੱਕ ਤਾਂ ਉਹ ਗੱਲਬਾਤ ਰਾਹੀਂ ਦੂਜੇ ਨੂੰ ਕੋਈ ਚੰਗੀ ਸੇਧ ਦੇ ਸਕਦਾ ਹੈ, ਚੰਗੀ ਸਲਾਹ ਦੇ ਸਕਦਾ ਹੈ, ਹੌਸਲਾ ਦੇ ਸਕਦਾ ਹੈ ਅਤੇ ਉਹ ਜਦੋਂ ਬਾਣੀ ਨੂੰ ਆਪਣੇ ਜੀਵਨ ਵਿੱਚ ਅਪਣਾਏਗਾ ਅਤੇ ਉਹਦੇ ਵਿਹਾਰ ਰਾਹੀਂ, ਉਹਦੇ ਕਰਮਾਂ ਰਾਹੀਂ ਵੀ ਗੁਰਬਾਣੀ ਪ੍ਰਗਟ ਹੋਏਗੀ। ਜਦੋਂ ਦੇਖਣਗੇ ਕਿ ਇਹ ਬੰਦੇ ਦਾ ਜੋ ਨੇਚਰ ਹੈ, ਇਹ ਬੜਾ ਮਿੱਠਬੋਲੜਾ ਹੈਗਾ, ਇਹ ਬੜੇ ਸਬਰ ਵਾਲਾ ਹੈ, ਇਹ ਕਾਲਾ ਨਹੀਂ ਪੈਂਦਾ, ਇਹ ਲਾਲਚੀ ਨਹੀਂ ਹੈਗਾ, ਅਤੇ ਉਹ ਕੁਦਰਤੀ ਤੌਰ 'ਤੇ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈ ਉਹਦੇ ਸਰੀਰ ਰਾਹੀਂ, ਉਹਦੇ ਕਰਮਾਂ ਰਾਹੀਂ ਚੱਲੇਗਾ। ਸੋ ਸਭ ਤੋਂ ਬੈਸਟ ਤਰੀਕਾ ਤਾਂ ਇਹੀ ਹੈ ਜੋ ਗੁਰੂ ਸਾਹਿਬ ਨੇ ਕਿਹਾ ਕਿ ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਅਰਥਾਤ ਉਪਦੇਸ਼ ਸਿਰਫ ਜ਼ੁਬਾਨੀ ਨਹੀਂ ਹੋਣਾ ਚਾਹੀਦਾ। ਜਿਹੜੀ ਗੱਲ ਦਾ ਅਸੀਂ ਪ੍ਰਚਾਰ ਕਰ ਰਹੇ ਹਾਂ ਜਾਂ ਕਰਨਾ ਚਾਹੁੰਦੇ ਹਾਂ, ਉਹਦੇ 'ਤੇ ਸਾਡਾ ਆਪਣਾ ਜਿਹੜਾ ਭਰੋਸਾ ਹੈ, ਸਿਦਕ ਹੈ, ਵਿਸ਼ਵਾਸ ਹੈ, ਉਹ ਬੜਾ ਅਡਿੱਗ ਹੋਣਾ ਚਾਹੀਦਾ। ਇਹ ਸਭ ਤੋਂ ਅੱਤ ਜ਼ਰੂਰੀ ਹੈ। ਪਰ ਫਿਰ ਮੈਂ ਕਹਾਂ, ਇਹ ਜਿੰਨੇ ਵੀ ਕੰਮ ਕਰਨੇ ਨੇ ਇਹ ਗੁਰਬਾਣੀ ਦੀ ਰੌਸ਼ਨੀ ਵਿੱਚ ਕਰਨੇ ਨੇ, ਆਪਣੇ ਅੰਦਾਜ਼ੇ ਦੇ ਨਾਲ ਨਹੀਂ ਕਰਨੇ। ਕਈ ਲੋਕ ਸੋਚਦੇ ਨੇ ਕਿ ਅਸੀਂ ਸਮਾਜ ਦੇ ਵਿੱਚ ਜਿਹੜਾ ਇੱਕ ਭਲੇ ਦਾ ਕੰਮ ਕਰਨਾ ਹੈ, ਜਿੱਦਾਂ ਕਿਤੇ ਭੁਚਾਲ ਆ ਗਿਆ, ਕਿਤੇ ਕਰੋਨਾ ਆ ਗਿਆ, ਕਿਤੇ ਸੁਨਾਮੀ ਆ ਗਈ, ਉਹਦੇ ਕੰਬਲ ਵੰਡ ਦਿੱਤੇ, ਆਕਸੀਜਨ ਸਿਲੰਡਰ ਵੰਡ ਦਿੱਤੇ। ਇਹ ਗੱਲ ਧਰਮ ਦਾ ਹਿੱਸਾ ਤਾਂ ਹੈ, ਪਰ ਇਹ ਆਪਣੇ ਆਪ 'ਚ ਮੁਕੰਮਲ ਨਹੀਂ ਹੈ, ਕਿਉਂਕਿ ਸੁਨਾਮੀ ਰੋਜ਼ ਨਹੀਂ ਆਉਂਦੀ, ਕਰੋਨਾ ਰੋਜ਼ ਨਹੀਂ ਆਉਂਦਾ, ਭੁਚਾਲ ਰੋਜ਼ ਨਹੀਂ ਆਉਂਦਾ। ਅਤੇ ਜਦੋਂ ਨਹੀਂ ਆਉਂਦਾ, ਜਦੋਂ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਹੈ ਉਹਦੇ ਵਿੱਚ ਵੀ ਸਾਡੇ ਜੀਵਨ 'ਚ ਬੜੇ ਉਤਾਰ ਚੜਾਵ ਆਉਂਦੇ ਨੇ, ਸੁੱਖ ਦੁੱਖ ਆਉਂਦਾ ਹੈ, ਖੁਸ਼ੀ ਗਮੀ ਆਉਂਦੀ ਹੈ, ਲਾਹਾ ਤੋਟਾ ਆਉਂਦਾ ਹੈ। ਉਹਨਾਂ ਚੀਜ਼ਾਂ ਦੀ ਉਥਲ ਪੁਥਲ ਵਿੱਚੋਂ ਬਚਣ ਲਈ ਗੁਰਬਾਣੀ ਸਾਨੂੰ ਇੱਕ ਸੇਧ ਬਖਸ਼ਦੀ ਹੈ ਕਿ ਅਸੀਂ 24 ਘੰਟੇ ਗੁਰਬਾਣੀ ਰਾਹੀਂ ਆਪਣੀ ਸੁਰਤ ਗੁਰੂ ਚਰਨਾਂ ਵਿੱਚ ਅਕਾਲ ਪੁਰਖ ਜੋੜ ਕੇ ਆਪਣੇ ਆਪ ਨੂੰ ਕਿਵੇਂ ਅਸੀਂ ਬੈਲੈਂਸਡ ਹਾਲਤ ਵਿੱਚ ਰੱਖ ਸਕਦੇ ਹਾਂ।
ਸੋ ਇਸ ਕਰਕੇ ਮੈਂ ਕਹਾਂਗਾ ਕਿ ਸਿਰਫ ਇਸ ਗੱਲ ਦੀ ਟੇਕ ਨਹੀਂ ਰੱਖਣੀ ਚਾਹੀਦੀ ਕਿ ਮੈਂ ਫਲਾਨੀ ਜਗ੍ਹਾ ਕੰਬਲ ਵੰਡ ਦਿੱਤੇ ਤੇ ਫਲਾਨੀ ਜਗ੍ਹਾ ਮੈਂ ਖਾਣੇ ਦੇ ਪੈਕਟ ਵੰਡ ਦਿੱਤੇ ਤੇ ਧਰਮ ਕਰਮ ਦਾ ਕੰਮ ਮੁਕੰਮਲ ਹੋ ਗਿਆ। ਇਹ ਬੜਾ ਵੱਡਾ ਭੁਲੇਖਾ ਹੈ। ਔਰ ਗੁਰੂ ਸਾਹਿਬ ਨੇ ਇਹਦੇ ਬਾਰੇ ਗੁਰਬਾਣੀ 'ਚ ਵੀ ਲਿਖਿਆ ਕਿ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਸੋ ਇਹ ਜਿਹੜੀ ਗੱਲ ਹੈ ਇਹ ਧਰਮ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਤੇ ਆਪਣੇ ਆਪ 'ਚ ਮੁਕੰਮਲ ਨਹੀਂ। ਗੁਰਬਾਣੀ ਪੜ੍ਹਨੀ ਕੰਠ ਕਰਨੀ ਸਮਝਣੀ ਵਿਚਾਰਨੀ ਫਿਰ ਅੱਗੇ ਉਹਦਾ ਪ੍ਰਚਾਰ ਪ੍ਰਸਾਰ ਕਰਨਾ। ਇਸ ਤੋਂ ਬਿਨਾਂ ਅਸੀਂ ਕੋਈ ਹੋਰ ਕੰਮ ਦੇ ਬਾਰੇ ਆਪਣਾ ਜਿਹੜਾ ਹੈ ਉਹ ਵਿਉਂਤਬੰਦੀ ਨਹੀਂ ਕਰ ਸਕਦੇ। ਸੋ ਜਿੰਨੇ ਵੀ ਕੰਮ ਕਰਨੇ ਨੇ ਉਹ ਗੁਰਬਾਣੀ ਦੀ ਰੋਸ਼ਨੀ ਵਿੱਚ ਕਰਨੇ ਨੇ, ਇਹ ਬਹੁਤ ਜ਼ਰੂਰੀ ਹੈ। ਕੈਪਟਨ ਸਾਹਿਬ ਤੁਸੀਂ ਤਾਂ ਬੜੇ ਸੋਹਣੇ ਤਰੀਕੇ ਨਾਲ ਸਾਨੂੰ ਇਸ ਬਾਰੇ ਦੱਸਿਆ ਹੈ, ਪਰ ਜਦੋਂ ਆਪਾਂ ਸਮਾਜ ਦੇ ਵਿੱਚ ਵੇਖਦੇ ਹਾਂ ਕਿ ਸਾਡਾ ਪੜ੍ਹਾ ਲਿਖਿਆ ਵਰਗ ਜੋ ਹੈ ਉਹ ਕਾਫੀ ਇਸ ਪਾਸੋਂ ਪਿੱਛੇ ਰਹਿੰਦਾ ਆ, ਜਾਂ ਫਿਰ ਉਹਨਾਂ ਦੇ ਮਨ ਦੇ ਵਿੱਚ ਕੋਈ ਗੱਲ ਹੁੰਦੀ ਹੈ ਵੀ ਸਾਡੇ ਤੋਂ ਆਪਣਾ ਟਾਈਮ ਕਰਨ ਦਾ ਕੰਮ ਨਹੀਂ ਹੈ ਤਾਂ ਬੰਦਾ ਕਾਰਜ ਕਿੱਥੋਂ ਕਰੀਏ। ਤੁਸੀਂ ਐਜ਼ ਅ ਪੋਸਟ ਦੇ ਵਿੱਚ ਰਹੇ ਹੋ ਤੇ ਤੁਸੀਂ ਇਸ ਤੋਂ ਕਹਿੰਦੇ ਹੋ ਕਿਵੇਂ ਸਲਾਹ ਦੇ ਸਕਦੇ ਹੋ ਕਿ ਇਹ ਚੀਜ਼ ਤੁਹਾਡੇ ਆਪਣੇ ਬਿਜ਼ਨਸ ਤੋਂ ਜਾਂ ਤੁਹਾਡੇ ਕਿਸੇ ਵੀ ਕੰਮ ਤੋਂ ਕਾਰ ਵਿਹਾਰ ਤੋਂ, ਜੇਕਰ ਕੋਈ IAS ਅਫਸਰ ਹੋਵੇ ਜਾਂ ਫਿਰ ਕਿਸੇ ਪੋਸਟ 'ਤੇ ਹੋਵੇ, ਜੇਕਰ ਉਹ ਪ੍ਰਚਾਰਕ ਦੇ ਰੋਲ ਨਿਭਾਉਣ ਤੋਂ ਆਪਣੇ ਆਪ ਤੋਂ ਪਿੱਛੇ ਰੱਖੇ ਤਾਂ ਇੱਕ ਕਿੰਨਾ ਵੱਡਾ ਨੁਕਸਾਨ ਵੀ ਹੈ ਤੇ ਕਿਵੇਂ ਇਹਨੂੰ ਆਪਾਂ ਹੱਲ ਕਰ ਸਕਦੇ ਹਾਂ। ਜਿਵੇਂ ਕਿ ਪਹਿਲੇ ਵੀ ਕਿਹਾ ਕਿ ਜੋ ਇਹ ਵਾਲਾ ਰਸਤਾ ਹੈ ਇਹ ਇਸ ਤਰ੍ਹਾਂ ਜਿਵੇਂ ਨਾਲੇ ਪੁੰਨ ਨਾਲੇ ਫਲੀਆਂ, ਅਰਥਾਤ ਇਸ ਰਾਹ 'ਤੇ ਤੁਰ ਕੇ ਮਨੁੱਖ ਸਮਾਜ ਦਾ ਭਲਾ ਤਾਂ ਕਰੇਗਾ ਹੀ ਕਰੇਗਾ, ਉਹਦਾ ਆਪਣਾ ਭਲਾ ਵੀ ਕਈ ਚੁਗਣਾ ਕਈ ਦੁਗਣਾ ਕਈ ਗੁਣਾ ਜ਼ਿਆਦਾ ਹੋਏਗਾ। ਉਹ ਮੈਂ ਇਸ ਕਰਕੇ ਕਹਿਣਾ ਵੀ ਜਿਹੜੀ ਸਾਡੀ ਸ਼ਖਸੀਅਤ ਹੈ ਉਹ ਸਿਰਫ ਤਨ ਨਹੀਂ ਹੈ, ਉਹ 'ਚ ਮਨ ਵੀ ਹੈ। ਅਸਲ ਵਿੱਚ ਸਾਡੀ ਸਾਰੀ ਦੌੜ ਤਨ ਦੀਆਂ ਲੋੜਾਂ ਕਰਕੇ ਹੈ। ਇਹ ਗੱਡੀ ਜਿਹੜੀ ਹੈ ਮਹਿੰਗੀ ਗੱਡੀ ਉਹ ਤਨ ਦੀ ਲੋੜ ਹੈ, ਕੋਠੀ ਤਨ ਦੀ ਲੋੜ ਹੈ, ਜਿਹੜੇ ਆ ਰੁਤਬੇ ਹੈਗੇ ਨੇ ਇਹ ਵੀ ਸਾਡੇ ਓਪਰੇ ਤੌਰ 'ਤੇ ਸਾਨੂੰ ਲੱਗਦਾ ਕਿ ਸਾਨੂੰ ਸੁੱਖ ਦੇਣਗੇ, ਪਰ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਇਹ ਤਨ ਦੀਆਂ ਲੋੜਾਂ ਦੇ ਨਾਲ ਨਾਲ ਤੂੰ ਮਨ ਦੀਆਂ ਲੋੜਾਂ ਦਾ ਵੀ ਖਿਆਲ ਰੱਖ। ਅਸੀਂ ਕਿਉਂਕਿ ਬਾਹਰਮੁਖੀ ਹਾਂ, ਅਸੀਂ ਬਾਹਰਮੁਖੀ ਲੋੜਾਂ ਦੇ ਪ੍ਰਤੀ ਹੀ ਦੌੜ ਭੱਜ ਕਰਦੇ ਰਹਿ ਜਾਂਦੇ ਹਾਂ, ਜੋ ਕਿ ਸਾਨੂੰ ਗੁਰੂ ਸਾਹਿਬ ਨੇ ਕਿਹਾ ਵੀ ਛੱਡਣੀਆਂ ਨਹੀਂ। ਧਰਮ ਦੀ ਕਿਰਤ ਗੁਰੂ ਸਾਹਿਬ ਨੇ ਕਰਨ ਲਈ ਸਾਨੂੰ ਕਿਹਾ, ਪਰ ਅਸੀਂ ਧਰਮ ਦੀ ਕਿਰਤ ਕਰਦੇ ਕਰਦੇ ਉਹ ਮਾਇਆ ਦੇ ਮੁਰੀਦ ਬਣ ਗਏ ਹਾਂ, ਮਾਇਆ ਨੂੰ ਹੀ ਆਪਣਾ ਨਿਸ਼ਾਨਾ ਬਣਾ ਲਿਆ ਹੈ। ਸੋ ਗੁਰੂ ਸਾਹਿਬ ਕਹਿੰਦੇ ਨੇ ਨਾਲ ਦੇ ਨਾਲ ਜਿਹੜੀ ਇਸ ਰੂਹ ਨੂੰ ਆਤਮਾ ਨੂੰ ਮਨ ਨੂੰ ਜੋ ਗੁਰਬਾਣੀ ਦੀ ਖੁਰਾਕ ਦੇਣੀ ਹੈ ਉਹ ਜਦ ਤੱਕ ਤੁਸੀਂ ਨਹੀਂ ਦਿਓਗੇ ਤੇ ਤੁਹਾਡੇ ਮਨ ਵਿੱਚ ਬੇਚੈਨੀ ਬੇਸਬਰੀ ਚਿੰਤਾ ਡਰ ਖੌਫ ਸੰਸਾ ਜਿਹੜਾ ਹੈ ਉਹ ਬਣਿਆ ਰਹੇਗਾ। ਜਿਹਦਾ ਗੁਰੂ ਸਾਹਿਬ ਕਹਿੰਦੇ ਨੇ ਹਰ ਕੇ ਨਾਮ ਬਿਨਾ ਦੁੱਖ ਪਾਵੈ, ਭਗਤ ਬਿਨਾ ਸਹਿਸਾਨੈ ਚੁਕੈ, ਗੁਰੇ ਭੇਦ ਬਤਾਵੈ, ਜਾਂ ਗੁਰ ਕੀ ਮਤ ਤੂੰ ਲੇਹ ਆਣੇ, ਭਗਤ ਬਿਨਾ ਬੋ ਡੂਬੇ ਸਿਆਣੇ। ਸੋ ਜਿਹੜੀ ਦੁਨਿਆਵੀ ਪੜ੍ਹਾਈ ਹੈ ਇਹਦੀ ਇੱਕ ਆਪਣੀ ਖਾਸ ਸੀਮਾ ਤੱਕ ਖਾਸ ਹੱਦ ਤੱਕ ਕੋਈ ਵੈਲਿਊ ਹੋ ਸਕਦੀ ਹੈ, ਪਰ ਇਹ ਜੀਵਨ ਨੂੰ ਸਫਲ ਨਹੀਂ ਬਣਾ ਸਕਦੀ। ਸੋ ਜੀਵਨ ਦੀ ਜੇ ਸਫਲਤਾ ਅਸੀਂ ਹਾਸਿਲ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਨਾਲ ਦੇ ਨਾਲ ਇਹ ਰੂਹ ਦੀ ਪੜ੍ਹਾਈ ਆਤਮਾ ਦੀ ਪੜ੍ਹਾਈ ਆਤਮ ਗਿਆਨ ਜਿਹੜਾ ਹੈ ਗੁਰਬਾਣੀ ਰਾਹੀਂ ਉਹ ਵੀ ਹਾਸਿਲ ਕਰਨਾ ਪਏਗਾ। ਕਿਉਂਕਿ ਅਸੀਂ ਦੇਖਦੇ ਹਾਂ ਬੜੇ ਸਾਰੇ ਲੋਕ ਬੜੇ ਅਮੀਰ ਨੇ ਬੜੇ ਪੜ੍ਹੇ ਲਿਖੇ ਨੇ ਪਰ ਮਾਨਸਿਕ ਤੌਰ 'ਤੇ ਆਤਮਿਕ ਤੌਰ 'ਤੇ ਬਿਮਾਰ ਨੇ ਪਰੇਸ਼ਾਨ ਨੇ। ਸੋ ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਜੇ ਅਸੀਂ ਬੈਲੈਂਸ ਜੀਵਨ ਜੀਵਾਂਗੇ, ਹੁਣ ਇਹ ਕੋਈ ਕੰਮ ਇੰਨਾ ਔਖਾ ਨਹੀਂ ਹੈ ਕਿਉਂਕਿ ਗੁਰਬਾਣੀ ਵਿੱਚ ਕੋਈ ਅਸੀਂ ਤੀਰਥਾਂ 'ਤੇ ਨਹੀਂ ਜਾਣਾ, ਅਸੀਂ ਕੋਈ ਅਗਰਬੱਤੀ ਕੋਈ ਚੰਦਨ ਕੋਈ ਕੇਸਰ ਲੈ ਕੇ ਕੋਈ ਸਮੱਗਰੀ ਇਕੱਠੀ ਨਹੀਂ ਕਰਨੀ। ਲੋਕ ਇਹਨਾਂ ਚੀਜ਼ਾਂ 'ਤੇ ਆਪਣਾ ਟਾਈਮ ਖਰਾਬ ਕਰਦੇ ਹੀ ਨੇ। ਮੈਂ ਗੱਲ ਕਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਦਾ ਇੱਕ ਅੰਕ ਪੜ੍ਹਨ ਲਈ 2.5 ਤੋਂ 3 ਮਿੰਟ ਲੱਗਦੇ ਨੇ, ਠੀਕ ਹੈ। ਸੋ ਦੁਨੀਆ ਦਾ ਕੋਈ ਬੰਦਾ ਮੈਂ ਇਹ ਨਹੀਂ ਮੰਨ ਸਕਦਾ ਜੋ ਕਹੇ ਕਿ ਮੈਂ ਇੰਨਾ ਬਿਜ਼ੀ ਹਾਂ ਇੰਨਾ ਰੁਝੇਵਿਆਂ 'ਚ ਹੈਗਾ ਕਿ ਮੈਂ 2.5 ਤੋਂ 3 ਮਿੰਟ ਨਹੀਂ ਕੱਢ ਸਕਦਾ। ਸੋ ਅਗਰ ਮਨੁੱਖ ਇੱਕ ਅੰਕ ਵੀ ਗੁਰੂ ਗ੍ਰੰਥ ਸਾਹਿਬ ਦਾ ਰੋਜ਼ ਪੜ੍ਹੇ ਤੇ ਉਹ ਵੀ ਬੜਾ ਸਾਰਥਕ ਹੈਗਾ, ਉਹਦੇ ਜੀਵਨ ਵਿੱਚ ਇੱਕ ਬੜਾ ਵੱਡਾ ਇਨਕਲਾਬ ਆ ਜਾਏਗਾ ਤੇ ਉਹ ਨਾਲ ਉਹ ਬਾਣੀ ਨੂੰ ਕੰਠ ਵੀ ਕਰੇ ਵਿਚਾਰੇ ਵੀ ਤੇ ਨਾਲ ਉੱਠਦੇ ਬੈਠਦੇ ਹਰ ਕਿਸੇ ਦੇ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਮਿੱਤਰਾਂ ਦੇ ਨਾਲ ਸਾਂਝਾ ਕਰੇ। ਮੈਂ ਇਹੀ ਕਰਦਾ, ਮੈਂ ਕੋਈ ਪ੍ਰਚਾਰ ਲਈ ਸਪੈਸ਼ਲ ਕਿਤੇ ਨਹੀਂ ਨਿਕਲਦਾ। ਹਾਂ ਜੇ ਮੈਂ ਕਿਤੇ ਸੈਰ ਕਰਨ ਜਾਂਦਾ ਨਾਲ ਮੈਂ ਲਿਟਰੇਚਰ ਲੈ ਜਾਂਦਾ, ਸੈਰ ਦੀ ਸੈਰ ਹੋ ਜਾਂਦੀ ਹੈ, ਮੈਂ ਲਿਟਰੇਚਰ ਬਣ ਦਿੰਦਾ। ਜਦੋਂ ਮੈਂ ਆਪਣੇ ਮਿੱਤਰਾਂ ਦੇ ਨਾਲ ਕਿਤੇ ਸੈਰ ਕਰਦਾ ਤੇ ਮੈਂ ਗੁਰਬਾਣੀ ਕੋਟ ਕਰ ਦਿੰਦਾ, ਗੁਰਬਾਣੀ ਕੰਠ ਕੀਤੀ ਹੁੰਦੀ ਹੈ। ਰਿਸ਼ਤੇਦਾਰਾਂ 'ਚ ਬੈਠੀ ਦਾ ਉੱਥੇ ਜਿਹੜੇ ਕੋਈ ਗੱਲ ਹੁੰਦੀ ਹੈ ਤੇ ਗੁਰਬਾਣੀ ਦਾ ਹਵਾਲਾ ਮਤਲਬ ਸਾਡੇ ਆਮ ਬੋਲ ਚਾਲ ਦੇ ਵਿੱਚ ਗੁਰਬਾਣੀ ਦਾ ਇਹ ਹੋਵੇ ਪਹਿਲਾ ਪ੍ਰਚਾਰ ਇਹੀ ਹੈ। ਯੈਸ, ਪਹਿਲਾ ਪ੍ਰਚਾਰ ਇਹੀ ਹੈ ਕਿਉਂਕਿ ਉਸ ਵੇਲੇ ਜਿਹੜੀ ਗੱਲ ਚੱਲਦੀ ਪਈ ਹੈ ਉਸ ਸੰਦਰਭ ਵਿੱਚ ਤੁਸੀਂ ਗੁਰਬਾਣੀ ਦੀ ਗੱਲ ਕੋਟ ਕਰ ਸਕਦੇ ਹੋ ਤੇ ਆਪਣੇ ਕਜ਼ਨ ਨੂੰ ਆਪਣੇ ਰਿਸ਼ਤੇਦਾਰ ਨੂੰ ਆਪਣੇ ਮਿੱਤਰਾਂ ਸਨੇਹੀਆਂ ਨੂੰ ਤੁਸੀਂ ਗੁਰੂ ਦਾ ਗਿਆਨ ਬਖਸ਼ ਕੇ ਉਹਨਾਂ ਨੂੰ ਚੰਗੀ ਸੇਧ ਦੇ ਸਕਦੇ ਹੋ।
ਸੋ ਇਹ ਕਰਨਾ ਕੋਈ ਇੰਨਾ ਔਖਾ ਕੰਮ ਨਹੀਂ ਹੈਗਾ। ਤੇ ਜੇ ਮੈਂ ਕਹਿੰਦਾ ਵੀ ਜਿਹੜਾ ਕੱਚਾ ਧਨ ਅਸੀਂ ਕਮਾਉਂਦੇ ਆ ਰੁਪਿਆਂ ਦੇ ਰੂਪ ਵਿੱਚ ਨੌਕਰੀ ਕਰਕੇ, ਅਗਰ ਉਹਦੇ ਲਈ ਅਸੀਂ ਇੰਨੀ ਮੁਸ਼ੱਕਤ ਕਰ ਸਕਦੇ ਹਾਂ, ਇੰਨੀ ਕਿਤਾਬਾਂ ਪੜ੍ਹ ਸਕਦੇ ਹਾਂ। ਮੈਂ ਮਰਚੈਂਟ ਨੇਵੀ ਨੌਕਰੀ ਕਰਨ ਲਈ ਮੈਂ ਵੀ ਇੰਨੀਆਂ ਕਿਤਾਬਾਂ ਪੜ੍ਹੀਆਂ ਹੀ ਹੈ, ਪਰ ਉਹ ਸਾਰੀਆਂ ਮੇਰੇ ਕੋਈ ਜੀਵਨ ਦੇ ਕੋਈ ਬਹੁਤੇ ਕੰਮ ਤੇ ਨਹੀਂ ਆਈਆਂ, ਉਹ ਤੇ ਸਿਰਫ ਮੇਰੀ ਨੌਕਰੀ ਕਰਨ ਲਈ ਕੰਮ ਆਈਆਂ। ਪਰ ਗੁਰਬਾਣੀ ਦਾ ਗਿਆਨ ਹੈ ਤੇ ਸਾਡੇ ਜੀਵਨ ਦੇ ਹਰ ਪੱਖ ਤੇ ਸਾਨੂੰ ਸੇਧ ਦਿੰਦਾ, ਜਿਹੜਾ ਅੰਦਰਲਾ ਖੋਖਲਾਪਨ ਨੇ ਖਤਮ ਹੁੰਦਾ। ਜਿੱਦਾਂ ਗੁਰਬਾਣੀ 'ਚ ਗੁਰੂ ਸਾਹਿਬ ਨੇ ਕਿਹਾ ਹੈ, ਜੇ ਸੋ ਖੇਲ ਖਿਲਾਈਏ ਬਾਲਕ ਰਹਿ ਨਾ ਸਕੇ ਬਿਨ ਖੀਰੇ। ਅਰਥਾਤ ਇੱਕ ਛੋਟੇ ਬਾਲਕ ਨੂੰ ਤੁਸੀਂ 100 ਕਿਸਮ ਦੇ ਖਿਡੌਣੇ ਖੇਡਣ ਨੂੰ ਦੇ ਦੇਵੋ, ਜਦੋਂ ਤੱਕ ਉਹਨੂੰ ਮਾਂ ਦਾ ਦੁੱਧ ਪੀਣ ਨੂੰ ਨਹੀਂ ਮਿਲੇਗਾ ਉਹਨੂੰ ਚੈਨ ਨਹੀਂ ਆਏਗਾ। ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਮਨ ਨੂੰ ਕਈ ਤਰੀਕਿਆਂ ਦੇ ਨਾਲ ਇਹਦਾ ਧਿਆਨ ਇਹਨੂੰ ਰਜਾਉਣ ਦਾ ਕੋਸ਼ਿਸ਼ ਕਰ ਲਓ, ਇਹਨੂੰ ਖੇਡੇ ਪਾਉਣ ਦੀ ਕੋਸ਼ਿਸ਼ ਕਰ ਲਓ। ਜਦੋਂ ਤੱਕ ਇਹਨੂੰ ਗੁਰਬਾਣੀ ਦੀ ਖੁਰਾਕ ਨਹੀਂ ਮਿਲੇਗੀ ਇਸ ਮਨ ਨੂੰ ਚੈਨ ਨਹੀਂ ਆਏਗਾ। ਠੀਕ ਹੈ ਜੀ। ਸੋ ਇਹ ਗੁਰੂ ਸਾਹਿਬ ਦਾ ਜੋ ਬਚਨ ਹੈਗੇ ਨੇ ਅਟਲ ਹੈਗੇ ਨੇ, ਇਹ ਅਕਾਲ ਪੁਰਖ ਦਾ ਹੁਕਮ ਅਟਲ ਹੈਗਾ। ਇਹਦੇ ਨਾਲ ਇੱਕ ਛੋਟਾ ਜਿਹਾ ਮਨੁੱਖ ਕਦੀ ਟੱਕਰ ਨਹੀਂ ਲੈ ਸਕਦਾ। ਟੱਕਰ ਲੈ ਕੇ ਮਨੁੱਖ ਨੂੰ ਸਿਰਫ ਖੁਆਰੀ ਪ੍ਰਾਪਤ ਹੋਏਗੀ, ਦੁੱਖ ਪ੍ਰਾਪਤ ਹੋਏਗਾ। ਇੱਕ ਆਖਰੀ ਸਵਾਲ ਤੁਹਾਡੇ ਤੋਂ ਕੈਪਟਨ ਸਾਹਿਬ ਕਿ ਅੱਜ ਕੱਲ੍ਹ ਤੁਸੀਂ ਵੇਖ ਰਹੇ ਹੋ ਕਿ ਮਾਹੌਲ ਦੇ ਵਿੱਚ ਪੰਥ ਦੇ ਪ੍ਰਸਾਰ ਦੇ ਲਈ ਆਪ ਜੀ ਵੀ ਦੱਸਿਆ ਕਿ ਤੇ ਪ੍ਰਚਾਰ ਪ੍ਰਸਾਰ ਦੇ ਲਈ ਬਹੁਤ ਜ਼ਿਆਦਾ ਚੁਣੌਤੀਆਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ। ਤੁਸੀਂ ਕੀ ਸਮਝਦੇ ਹੋ ਕਿਵੇਂ ਆਪਾਂ ਇਹਨੂੰ ਹੁਣ ਨਜਿੱਠੀਏ? ਤੇ ਇੱਕ ਚੁਣੌਤੀ ਜੋ ਬਹੁਤ ਵੱਡੀ ਕਿ ਇੱਕ ਵਾਬਰੋਲਾ ਜਿਹਾ ਸਾਡੇ ਸਾਹਮਣੇ ਪਿਆ ਹੋਇਆ ਆ ਕਿ ਇੱਧਰੋਂ ਉਹ ਕਨਵਰਟ ਹੋ ਗਏ, ਇੱਧਰੋਂ ਕਨਵਰਟ ਹੋ ਗਏ, ਅਤੇ ਸਾਰੀ ਦੁਨੀਆ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਰਾਹੀਂ ਪ੍ਰਚਾਰਿਆ ਜਾਂਦਾ ਆ। ਹੁਣ ਆਪਾਂ ਇੰਨੇ ਦੂਰ ਤੋਂ ਆਏ ਹਾਂ ਅਤੇ ਸਾਨੂੰ ਤਾਂ ਵੀ ਇਹ ਚੀਜ਼ਾਂ ਜਿਹੜੀਆਂ ਨੇ ਹਮੇਸ਼ਾ ਸਾਡੇ ਅੰਦਰ ਰਹਿੰਦੀਆਂ ਨੇ ਕਿ ਇਸ ਚੀਜ਼ ਤੋਂ ਆਪਾਂ ਨਜਿੱਠੀਏ ਕਿਵੇਂ? ਕਿਉਂਕਿ ਅਗਰ ਇਹੋ ਜਿਹਾ ਜਿਹੜਾ ਸਬਬ ਬਣ ਜਾਂਦਾ ਹੈ ਤਾਂ ਦੁਨੀਆ ਦੇ ਵਿੱਚ ਇੱਕ ਇਹੋ ਜਿਹੀ ਛਵੀ ਜਿਹੜੀ ਹੈ ਉਹ ਲੋਕਾਂ ਦੇ ਸਾਹਮਣੇ ਪ੍ਰਚਾਰੀ ਜਾਂਦੀ ਹੈ। ਕਿਵੇਂ ਇਸ ਚੀਜ਼ ਤੋਂ ਆਪਾਂ ਨਜਿੱਠੀਏ ਉਹਨੂੰ ਜ਼ਰੂਰ ਦੱਸਿਓ ਜੀ। ਦੇਖੋ ਜੀ, ਇਹਦਾ ਤਰੀਕਾ ਤਾਂ ਇਹੀ ਹੈਗਾ। ਪਹਿਲੀ ਗੱਲ ਤਾਂ ਮੈਂ ਕਹਾਂਗਾ ਨਿੱਜੀ ਤੌਰ 'ਤੇ ਅਸੀਂ ਅਗਰ ਇਹ ਪ੍ਰਣ ਕਰੀਏ ਕਿ ਅਸੀਂ ਸਹਿਜ ਪਾਠ ਕਰਾਂਗੇ, ਬਾਣੀ ਪੜ੍ਹਾਂਗੇ ਅਤੇ ਬਾਣੀ ਦੀ ਕੁਝ ਪੰਕਤੀਆਂ ਕੰਠ ਕਰਾਂਗੇ। ਅਤੇ ਮੇਰਾ ਕਿਉਂਕਿ ਦਾਸ ਨੇ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕੀਤਾ, ਤੁਹਾਨੂੰ ਉਹਦੇ ਵਿੱਚ ਹੀ ਤੁਲਨਾਤਮਕ ਅਧਿਐਨ ਵੀ ਮਿਲ ਜਾਂਦਾ, ਜੋ ਕੰਪੈਰੇਟਿਵ ਸਟੱਡੀ ਦਾ ਸਾਰਾ ਮਟੀਰੀਅਲ ਤੁਹਾਨੂੰ ਗੁਰਬਾਣੀ ਵਿੱਚ ਹੀ ਮਿਲ ਜਾਂਦਾ ਹੈ। ਠੀਕ ਹੈ। ਅਤੇ ਉਹਦੇ ਰਾਹੀਂ ਤੁਹਾਨੂੰ ਗੁਰਬਾਣੀ ਦੇ ਸਿਧਾਂਤ ਜਿਹੜੇ ਨਿਵੇਕਲੇ ਨੇ, ਜੋ ਨਿਆਰਾਪਨ ਹੈ, ਉਹ ਪਤਾ ਲੱਗ ਜਾਂਦਾ ਹੈ। ਇੱਥੇ ਮੈਂ ਤੁਹਾਨੂੰ ਕਹਾਂਗਾ ਅਸੀਂ ਨਾ ਕੇਵਲ ਡੂੰਘੀ ਸਟੱਡੀ ਨਹੀਂ ਕਰਦੇ, ਅਸੀਂ ਧਰਮ ਕਰਮ ਨੂੰ ਓਪਰਾ ਜਾਂ ਕਰਮ ਮੰਨ ਲੈਂਦੇ ਹਾਂ ਵੀ ਗੁਰਦੁਆਰੇ ਆਏ, ਗੋਲਕ 'ਚ ਪੈਸੇ ਪਾਏ, ਪਰਿਕਰਮਾ ਕੀਤੀ, ਥੋੜ੍ਹੀ ਦੇਰ ਬੈਠੇ ਅਤੇ ਪ੍ਰਸ਼ਾਦ ਲੈ ਕੇ ਚਲੇ ਗਏ। ਪਰ ਇਸ ਤਰ੍ਹਾਂ ਨਹੀਂ ਹੈ। ਗੁਰਬਾਣੀ ਅਧਿਐਨ ਨੂੰ ਸਾਨੂੰ ਜੀਵਨ ਦਾ ਹਿੱਸਾ ਬਣਾਉਣਾ ਪਏਗਾ ਅਤੇ ਇਹ ਸਮਝਣਾ ਪਏਗਾ ਕਿ ਇਹ ਗੁਰੂ ਸਾਹਿਬ ਨੇ ਖਾਲਸਾ ਪੰਥ ਦੇ ਸਿੱਖੀ ਪ੍ਰਚਾਰ ਪ੍ਰਸਾਰ ਦੀ ਸੇਵਾ ਸਾਡੇ ਮੋਢਿਆਂ 'ਤੇ ਪਾਈ ਹੈ ਅਤੇ ਹਰ ਬੰਦੇ ਨੇ ਆਪਣਾ ਬਣਦਾ ਯੋਗਦਾਨ ਪਾਉਣਾ ਹੈ। ਇਹਦਾ ਨਾਲੇ ਦੂਜੀਆਂ ਕੋਈ ਜਿਹੜੀਆਂ ਸੰਸਥਾਵਾਂ ਨੇ, ਮੈਂ ਸਮਝਦਾ ਇਹਨਾਂ ਨੂੰ ਵੀ ਆਪਸ ਵਿੱਚ ਤਾਲਮੇਲ ਬਣਾਉਣਾ ਚਾਹੀਦਾ, ਜਿਹਦੇ 'ਚ ਮੈਂ ਕਹਾਂਗਾ ਕਿ ਬੇਸ਼ੱਕ ਉਹ ਆਪਣੀ ਆਟੋਨੋਮਸ ਸਟਰਕਚਰ ਜਿਹੜਾ ਹੈਗਾ ਉਹ ਮੇਨਟੇਨ ਕਰਕੇ ਰੱਖਣ, ਆਪਣੀ ਖੁਦ ਮੁਖਤਿਆਰੀ ਬਣਾ ਕੇ ਰੱਖਣ, ਪਰ ਇੱਕ ਦੂਜੇ ਦੇ ਨਾਲ ਕੋਆਪਰੇਟ ਅਤੇ ਕੋਆਰਡੀਨੇਟ ਜ਼ਰੂਰ ਕਰਨ। ਹੋ ਸਕਦਾ ਹੈ ਇੱਕ ਇਲਾਕੇ ਵਿੱਚ ਕੋਈ ਸੰਸਥਾ ਜਿਹੜੀ ਹੈ ਉਹ ਸਰਗਰਮ ਹੋਵੇ, ਦੂਜੀ ਘੱਟ ਸਰਗਰਮ ਹੋਵੇ, ਅਤੇ ਰਲ ਮਿਲ ਕੇ ਵੀ ਕੰਮ ਕਰ ਸਕਦੇ ਨੇ। ਸੋ ਇੱਕ ਸੰਸਥਾ ਦਾ ਲਿਟਰੇਚਰ ਹੈਗਾ ਉਹ ਦੂਜੀ ਸੰਸਥਾ ਵੀ ਬਣ ਸਕਦੀ ਹੈਗੀ ਹੈ। ਇਹ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਆਪਣਾ ਲਿਟਰੇਚਰ ਛਾਪਣਾ ਹੈ, ਉਹਨੂੰ ਰਿਪੀਟ ਕਰਨਾ ਹੈ। ਸੋ ਇਸ ਤਰ੍ਹਾਂ ਦੇ ਬੜੇ ਢੰਗ ਤਰੀਕੇ ਨੇ, ਜੇ ਸਾਡੇ ਮਨ ਵਿੱਚ ਰੀਝ ਉਹ ਪੱਕੀ ਹੋਵੇ। ਅਤੇ ਔਰ ਦੂਜੀ ਗੱਲ ਮੈਂ ਇਹ ਕਹਿ ਸਕਦਾ ਕਿ ਇਹਨੂੰ ਅਸੀਂ ਆਪਣੇ ਮਨ ਵਿੱਚ ਇਸ ਤਰ੍ਹਾਂ ਵਸਾ ਲਈਏ ਕਿ ਮੈਂ ਪ੍ਰਚਾਰ ਆਪਣੀ ਸੰਸਥਾ ਦਾ ਨਹੀਂ ਕਰਨਾ, ਮੈਂ ਪ੍ਰਚਾਰ ਸਿੱਖੀ ਦਾ ਕਰਨਾ ਹੈ। ਅਤੇ ਚਾਹੇ ਉਹ ਪ੍ਰਚਾਰ ਸੰਸਥਾ ਏ ਰਾਹੀਂ ਹੋਵੇ, ਚਾਹੇ ਬੀ ਰਾਹੀਂ ਹੋਵੇ, ਚਾਹੇ ਸੀ ਰਾਹੀਂ ਹੋਵੇ। ਲੇਕਿਨ ਇਹ ਚੀਜ਼ ਮੈਂ ਸਮਝਦਾ ਕਿ ਅੱਜ ਕਾਫੀ ਘੱਟ ਦੇਖਣ ਨੂੰ ਮਿਲ ਰਹੀ ਆ ਕਿ ਸੰਸਥਾਵਾਦੀ ਪ੍ਰਚਾਰ ਜ਼ਿਆਦਾ ਜਾ ਰਿਹਾ ਹੈ ਬਜਾਏ ਇਸ ਦੇ ਕਿ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦਾ ਪ੍ਰਚਾਰ ਹੋਵੇ। ਹਾਂਜੀ, ਇਹ ਗੱਲ ਅਸੀਂ ਜਿਹੜੇ ਥੋੜ੍ਹੇ ਬਹੁਤ ਸਮਝਦੇ ਨੇ, ਅਸੀਂ ਇਹਨੂੰ ਪ੍ਰਤੱਖ ਤੌਰ 'ਤੇ ਕਰੀਏ ਅਤੇ ਜਿਹੜੇ ਦੂਜੇ ਦੇਖਣਗੇ ਹੋ ਸਕਦਾ ਉਹਨਾਂ ਨੂੰ ਵੀ ਪ੍ਰੇਰਨਾ ਇਸ ਗੱਲ ਦੀ ਮਿਲੇਗੀ ਅਤੇ ਉਹ ਕਰਨਗੇ। ਇੱਥੇ ਮੈਂ ਇੱਕ ਗੱਲ ਕਹਾਂਗਾ ਕਿ ਸਿੱਖੀ ਦਾ ਜੋ ਨਿਆਰਾਪਨ ਹੈ ਨਾ, ਉਹਦੇ ਬਾਰੇ ਆਮ ਤੌਰ ਤੇ ਜਿਹੜੇ ਰਲਗੱਡ ਹੁੰਦਾ ਹੈ, ਆਪਣੇ ਸਿੱਖ ਥੋੜ੍ਹੇ ਭੋਲੇ ਨੇ, ਇਹਨਾਂ ਨੂੰ ਵਰਗਲਾਉਣਾ ਥੋੜ੍ਹਾ ਸੌਖਾ ਹੈ। ਸੋ ਮੈਂ ਉਹਦੇ ਬਾਰੇ ਕਹਾਂਗਾ ਵੀ ਤੁਸੀਂ ਹੁਣ ਥੋੜ੍ਹੇ ਜਿਹੇ ਸੁਚੇਤ ਹੋਵੋ ਵੀ ਕਿਸੇ ਦੀ ਗੱਲ ਨੂੰ ਅੱਖਾਂ ਮੀਟ ਕੇ ਨਾ ਮੰਨੋ। ਠੀਕ ਹੈ। ਉਹ ਜੋ ਕੋਈ ਤੁਹਾਨੂੰ ਕੋਈ ਗੱਲ ਸੁਣਾਉਂਦਾ ਹੈ, ਕੋਈ ਧਰਮ ਦੇ ਬਾਰੇ ਦੂਜਾ ਬੰਦਾ, ਅਤੇ ਉਹ 'ਤੇ ਥੋੜ੍ਹਾ ਸਵਾਲ ਵੀ ਕਰੋ ਅਤੇ ਉਹਦੇ ਬਾਰੇ ਸੋਚੋ ਵੀ। ਜਿਵੇਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਕਿਸੇ ਵੀ ਧਰਮ ਦੀ ਜੇ ਪਛਾਣ ਕਰਨੀ ਹੈ ਅਤੇ ਉਹ ਸਿਰਫ ਉਹਦੀ ਨੈਤਿਕ ਕਦਰਾਂ ਕੀਮਤਾਂ ਤੋਂ ਨਹੀਂ ਹੁੰਦੀ,
ਕਿਉਂਕਿ ਨੈਤਿਕ ਕਦਰਾਂ ਕੀਮਤਾਂ ਸਾਰਿਆਂ ਧਰਮਾਂ ਦੀਆਂ ਤਕਰੀਬਨ ਇੱਕੋ ਜਿਹੀਆਂ ਨੇ। ਕਿਉਂਕਿ ਕੋਈ ਧਰਮ ਇਹ ਨਹੀਂ ਕਹਿੰਦਾ ਚੋਰੀ ਕਰੋ, ਹਾਂਜੀ ਕੋਈ ਧਰਮ ਇਹ ਨਹੀਂ ਕਹਿੰਦਾ ਡਾਕਾ ਮਾਰੋ, ਕੋਈ ਧਰਮ ਇਹ ਨਹੀਂ ਕਹਿੰਦਾ ਗੁਆਂਢੀਆਂ ਨਾਲ ਲੜਾਈ ਕਰੋ। ਸੋ ਸਾਰੇ ਧਰਮ ਹੀ ਕਹਿੰਦੇ ਨੇ। ਪਰ ਇਹ ਗੱਲਾਂ ਦਾ ਉਦਾਹਰਣ ਲੈ ਕੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਸਿੱਖ ਧਰਮ ਵਿੱਚ ਤੇ ਬਾਕੀ ਧਰਮਾਂ 'ਚ ਕੋਈ ਫਰਕ ਨਹੀਂ ਹੈਗਾ। ਧਰਮ ਦੀ ਪਛਾਣ ਦੋ ਗੱਲਾਂ ਤੋਂ ਹੁੰਦੀ ਹੈ। ਪਹਿਲੀ ਗੱਲ ਤੇ ਹੈ ਕਿ ਉਸ ਧਰਮ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦਾ ਸਰੂਪ ਕੀ ਹੈਗਾ। ਹਾਂ ਇਹਦੇ ਵਿੱਚ ਸਿੱਖ ਧਰਮ ਸਾਰੇ ਧਰਮਾਂ ਨਾਲੋਂ ਨਿਵੇਕਲਾ ਹੈਗਾ, ਕਿਉਂਕਿ ਜੋ ਨਿਰਭਉ ਤੇ ਨਿਰਵੈਰ ਦਾ ਸੰਕਲਪ ਸਿਰਫ ਗੁਰਬਾਣੀ ਵਿੱਚ ਹੈ। ਜੀ ਬਾਕੀ ਧਰਮਾਂ ਵਿੱਚ ਕੀ ਹੈਗਾ, ਉਹ ਕਹਿੰਦੇ ਨੇ ਵੀ ਕੁਝ ਜਿਹੜੇ ਸਾਡੇ ਪੈਰੋਕਾਰ ਨੇ ਉਹ ਸਵਰਗਾਂ ਨੂੰ ਜਾਣਗੇ ਤੇ ਜਿਹੜੇ ਸਾਡੇ ਪੈਰੋਕਾਰ ਨਹੀਂ ਹੈਗੇ ਉਹ ਨਰਕਾਂ ਨੂੰ ਜਾਣਗੇ। ਪਰ ਗੁਰਬਾਣੀ ਕਹਿੰਦੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਠੀਕ ਹੈ। ਦੂਜੀ ਗੱਲ ਇਹ ਹੈਗੀ ਹੈ ਕਿ ਉਸ ਧਰਮ ਦੇ ਵਿੱਚ ਜੀਵਨ ਮਨੋਰਥ ਕੀ ਹੈਗਾ। ਪਹਿਲੀ ਗੱਲ ਹੈ ਰੱਬ ਦਾ ਸਰੂਪ, ਦੂਜੀ ਗੱਲ ਜੀਵਨ ਮਨੋਰਥ। ਜ਼ਿਆਦਾਤਰ ਧਰਮ ਜਿਹੜੇ ਹੈਗੇ ਨੇ ਉਹਨਾਂ ਦਾ ਜੀਵਨ ਦਾ ਮਨੋਰਥ ਹੈਗਾ ਮਰਨ ਤੋਂ ਬਾਅਦ ਬਿਸ਼ਤ ਵਿੱਚ ਜਾਣਾ, ਮਰਨ ਤੋਂ ਬਾਅਦ ਹੈਵਨ ਵਿੱਚ ਜਾਣਾ, ਮਰਨ ਤੋਂ ਬਾਅਦ ਬੈਕੁੰਠ ਜਾਣਾ, ਮਰਨ ਤੋਂ ਬਾਅਦ ਸ਼ਿਵਪੁਰੀ ਜਾਣਾ। ਪਰ ਸਿੱਖ ਧਰਮ ਦਾ ਜਿਹੜਾ ਸੰਕਲਪ ਹੈਗਾ ਉਹ ਹੈਗਾ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲਗਨ ਲਾਲਚ, ਬਿਰਥਾ ਜਨਮ ਪ੍ਰਾਣੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਪ੍ਰਗਟ ਹੋਏ। ਸੋ ਇਹਦੇ ਨਾਲ ਸਾਡਾ ਮਕਸਦ ਕਲੀਅਰ ਹੋ ਗਿਆ ਕਿ ਗੁਰੂ ਕੇ ਸਿੱਖ ਨੇ ਉਸ ਖਾਲਕ ਦੀ ਖਲਕਤ ਦੇ ਨਾਲ ਪਿਆਰ ਕਰਨਾ ਹੈ, ਉਹਦੀ ਸੇਵਾ ਕਰਨੀ ਹੈ, ਕਿਸੇ ਨਾਲ ਨਫ਼ਰਤ ਨਹੀਂ ਕਰਨੀ ਤੇ ਸਾਰਿਆਂ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਨੂੰ ਦੇਖਣਾ ਹੈ। ਸੋ ਇਹ ਦੋਨੋਂ ਪੱਖਾਂ ਤੋਂ, ਰੱਬ ਦੇ ਸਰੂਪ ਦੇ ਪੱਖੋਂ, ਜੀਵਨ ਦੇ ਮਨੋਰਥ ਪੱਖੋਂ ਸਿੱਖ ਧਰਮ ਦੁਨੀਆ ਦੇ ਸਾਰੇ ਧਰਮਾਂ ਤੋਂ ਬਿਲਕੁਲ ਨਿਆਰਾ ਹੈ। ਔਰ ਇਹ ਗੱਲਾਂ ਜਿਹੜੀਆਂ ਮੋਟੀਆਂ ਜਿਹੜੀਆਂ ਹੈਗੀਆਂ ਹਰ ਸਿੱਖ ਨੂੰ ਪਤਾ ਹੋਣੀਆਂ ਚਾਹੀਦੀਆਂ, ਜੋ ਅਸੀਂ ਕਿਸੇ ਦੇ ਨਾਲ ਵੀ ਕਿਸੇ ਵੇਲੇ ਵੀ ਅਸੀਂ ਕਰ ਸਕੀਏ। ਇਹ ਬਹੁਤ ਜ਼ਰੂਰੀ ਹੈ। ਸੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਭਾਈ ਸਾਹਿਬ ਜੀ। ਆਪ ਜੀ ਨੇ ਬੜੇ ਹੀ ਪਿਆਰ ਦੇ ਨਾਲ ਸਾਨੂੰ ਇਸ ਵਿਸ਼ੇ ਬਾਰੇ ਬੜੇ ਘੱਟ ਸਮੇਂ ਦੇ ਵਿੱਚ ਬੜੀ ਡੂੰਘੀ ਨੌਲੇਜ ਜਿਹੜੀ ਹੈ ਦਿੱਤੀ ਹੈ। ਆਸ ਕਰਦੇ ਹਾਂ ਕਿ ਅੱਗੇ ਵੀ ਜਦੋਂ ਤੁਹਾਨੂੰ ਸੇਵਾ ਲਈ ਕਹੀਏ ਤਾਂ ਜ਼ਰੂਰ ਸਾਡਾ ਸਹਿਯੋਗ ਕਰੋਗੇ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਵੇਖਣ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ, ਸਾਡੇ ਸਰੋਤਿਆਂ ਦਾ। ਜ਼ਰੂਰ ਆਪ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।